ਇੰਡੀਆ ਤੋਂ ਸੈਨ ਫਰਾਂਸਿਸਕੋ ਨੂੰ ਫਲਾਈਟ ਆ ਰਹੀ ਸੀ ਨਿਊ ਦਿੱਲੀ ਤੋਂ, ਹੂੰ। ਜਿਸ ਨੂੰ ਰਸ਼ੀਆ ਦੇ ਵਿੱਚ ਐਮਰਜੈਂਸੀ ਉਤਾਰਨਾ ਪਿਆ। ਏਅਰ ਇੰਡੀਆ ਦੀ ਇਸ ਫਲਾਈਟ ਦੇ ਵਿੱਚ ਕੋਈ ਟੈਕਨੀਕਲ ਐਮਰਜੈਂਸੀ ਆ ਗਈ, ਜਿਹਦੇ ਕਰਕੇ ਰਸ਼ੀਆ ਦੇ ਵਿੱਚ ਉਤਾਰਨਾ ਪਿਆ। ਤੇ ਉਹਦੇ ਵਿੱਚ ਅਮਰੀਕਨ ਸਿਟੀਜ਼ਨਸ ਕਾਫੀ ਹੈਗੇ ਆ। ਜੀ। ਰਸ਼ੀਆ ਤੇ ਅਮਰੀਕਾ ਦੀ ਅੱਜ ਕੱਲ ਗੁੱਡ ਕੋਈ ਜਿਹੜੇ ਸੰਬੰਧ ਨਹੀਂ ਹੈਗੇ ਬਾਲੇ ਵਧੀਆ। ਸੋ ਲੋਕ ਬਹੁਤ ਸਾਰੇ ਜੋ ਅਮਰੀਕਨ ਸਿਟੀਜ਼ਨ ਆ ਉਹ ਫਿਕਰਮੰਦ ਵੀ ਆ ਵੀ ਕਿਤੇ ਉਹਨਾਂ ਨੂੰ ਅਰੈਸਟ ਨਾ ਕੀਤਾ ਜਾਵੇ, ਫੜ ਨਾ ਲਿਆ ਜਾਵੇ। ਇਸ ਜਹਾਜ਼ ਦੇ ਵਿੱਚ 216 ਦੇ ਕਰੀਬ ਪੈਸੰਜਰ ਸੀ, 16 ਦੇ ਕਰੀਬ ਕ੍ਰਿਊ ਮੈਂਬਰ ਸੀਗੇ। ਇਹ ਰਸ਼ੀਆ ਦਾ ਮਾਗਾਦਾਨ 에ਅਰਪੋਰਟ ਆ, ਉੱਥੇ ਐਮਰਜੈਂਸੀ ਤਾਰਿਆ ਗਿਆ। ਉਹ ਤੋਂ ਬਾਅਦ ਲੋਕਾਂ ਨੂੰ ਇੱਕ ਸਕੂਲ ਦਾ ਜੋ ਸਕੂਲ ਸੀ ਉਸ ਦੇ ਰੂਮਾਂ ਦੇ ਵਿੱਚ ਰੱਖਿਆ ਗਿਆ, ਬੜੀ ਮਾੜੀ ਕੰਡੀਸ਼ਨ ਆ। ਉੱਥੇ ਉਹਨਾਂ ਨੂੰ ਮੈਟਰਸ ਦੇ ਉੱਤੇ ਥੱਲੇ ਲੰਮੇ ਪਾਉਣ ਲਈ ਕਿਹਾ ਗਿਆ। ਹੁਣ ਨਵਾਂ ਇੱਕ ਜਹਾਜ਼ ਬੰਬੇ ਤੋਂ ਜਾ ਰਿਹਾ ਹੈਗਾ ਰਸ਼ੀਆ ਨੂੰ, ਜੋ ਦੁਆਰਾ ਕਿ ਸਾਰੇ ਪਲੇਨਸ ਨੂੰ ਜੋ ਸਾਰੀਆਂ ਸਵਾਰੀਆਂ ਨੂੰ ਨਵੇਂ ਪਲੇਨ ਦੇ ਵਿੱਚ ਲੈ ਕੇ ਆਊਗਾ ਅਮਰੀਕਾ ਨੂੰ। ਸੋ ਸਾਡੇ ਸਰੋਤੇ ਜਿੰਨੇ ਵੀ ਸੁਣ ਰਹੇ, ਕਿਉਂਕਿ ਨਿਊ ਦਿੱਲੀ ਤੋਂ ਆ ਰਿਹਾ ਸੈਨ ਫਰਾਂਸਿਸਕੋ, ਪੰਜਾਬੀ ਬਹੁਤ ਵੱਡੀ ਗਿਣਤੀ ਦੇ ਵਿੱਚ ਉਹਦੇ ਵਿੱਚ ਟਰੈਵਲ ਕਰਦੇ ਆ। ਜੇ ਤੁਹਾਡੇ ਕੋਈ ਪਰਿਵਾਰ ਦਾ ਮੈਂਬਰ ਉਹਦੇ ਵਿੱਚ ਟਰੈਵਲ ਕਰ ਰਿਹਾ ਸੀ, ਹਜੇ ਵੀ ਰਸ਼ੀਆ ਦੇ ਵਿੱਚ ਸਟਕ ਆ, ਤੁਹਾਡੀ ਉਹਨਾਂ ਦੇ ਨਾਲ ਕੋਈ ਗੱਲਬਾਤ ਹੋਈ ਆ, ਜਰੂਰ ਸਾਡੇ ਨਾਲ ਸਾਂਝੀ ਕਰ ਦਿਓ। ਰੇਡੀਓ ਤੇ ਲਾਈਵ ਇਸ ਟਾਈਮ ਸ਼ੋਅ ਚੱਲ ਰਿਹਾ ਹੈਗਾ। ਟੈਲੀਫੋਨ ਨੰਬਰ ਹੈਗਾ 408 272 5200 408 272 5200। ਤੁਸੀਂ ਕਾਲ ਕਰਕੇ ਆਪਣੇ ਵਿਚਾਰ ਦੱਸ ਸਕਦੇ ਹੋ। ਤੇ ਮੇਰੇ ਰਿਸ਼ਤੇਦਾਰ ਨਾਲ ਗੱਲ ਹੋਈ ਕਿ ਉਹਨਾਂ ਦੀ ਕੀ ਕੰਡੀਸ਼ਨ ਹੈਗੀ ਆ। ਇਹ ਇੱਕ ਬਹੁਤ ਵੱਡਾ ਇੰਟਰਨੈਸ਼ਨਲ ਮੁੱਦਾ ਇਸ ਟਾਈਮ ਦੇ ਉੱਤੇ ਬਣਿਆ ਹੋਇਆ, ਕਿਉਂਕਿ ਸਾਰਿਆਂ ਨੂੰ ਪਤਾ ਯੂਕਰੇਨ ਤੇ ਰਸ਼ੀਆ ਦੀ ਲੜਾਈ ਲੱਗੀ ਹੋਈ ਆ। ਜੋ ਪੈਸੰਜਰ ਸੀਗੇ ਇਸ ਜਹਾਜ਼ ਦੇ ਵਿੱਚ ਉਹ ਬਹੁਤ ਘਬਰਾ ਗਏ ਜਦੋਂ ਰਸ਼ੀਆ ਦੇ ਵਿੱਚ ਜਹਾਜ਼ ਲਾਇਆ ਗਿਆ ਵੀ ਕੱਲ ਨੂੰ ਕਿਤੇ ਕੁਝ ਹੋਰ ਉੱਥੇ ਅਣਸਖਾਵੀ ਘਟਨਾ ਨਾ ਵਾਪਰ ਜਾਏ। ਅਮਰੀਕਨ ਬੜੇ ਫਿਕਰਮੰਦ ਆ, ਜੋ ਅਮਰੀਕਨ ਸਿਟੀਜ਼ਨ ਆ, ਕਿ ਰਸ਼ੀਆ ਵਾਲੇ ਕਿਤੇ ਕੋਈ ਮਾੜੀ ਹਰਕਤ ਨਾ ਕਰਨ। ਵਿਦਾਂਤ ਪਟੇਲ ਯੂਐਸ ਸਟੇਟ ਡਿਪਾਰਟਮੈਂਟ ਦੇ ਸਪੋਕਸਪਰਸਨ ਆ, ਉਹਨਾਂ ਨੇ ਇਹ ਕਿਹਾ ਵੀ ਅਮਰੀਕਨ ਸਿਟੀਜ਼ਨਸ ਉਸ ਫਲਾਈਟ ਦੇ ਉੱਤੇ ਹੈਗੇ ਆ। ਸਾਨੂੰ ਹਜੇ ਪੂਰਾ ਕਨਫਰਮ ਨਹੀਂ ਹੋ ਸਕਿਆ ਕਿ ਕਿੰਨੇ ਜਾਣੇ ਉਸ ਫਲਾਈਟ ਦੇ ਉੱਤੇ ਹੈਗੇ ਆ। ਕਹਿੰਦੇ ਭਈ 에ਅਰ ਇੰਡੀਆ ਨਵੀਂ ਫਲਾਈਟ ਉਹਨਾਂ ਨੂੰ ਰਿਪਲੇਸਮੈਂਟ ਦੇ ਲਈ ਆਲਰੇਡੀ ਉਹਨਾਂ ਨੇ ਮੁੰਬਈ ਤੋਂ ਭੇਜ ਦਿੱਤੀ ਆ ਰਸ਼ੀਆ ਨੂੰ। ਤੇ ਅਸੀਂ ਕੰਟੀਨਿਊਸਲੀ ਇਸ ਸਿਚੁਏਸ਼ਨ ਨੂੰ ਮੋਨੀਟਰ ਕਰ ਰਹੇ ਹੈਗੇ ਆ। ਮੁੰਬਈ ਤੋਂ ਇੱਕ ਫਲਾਈਟ AI-195 ਉਹ ਮੈਗਾਦਨ ਚ ਵੀਰਵਾਰ ਨੂੰ 6:30 ਵਜੇ ਦੇ ਕਰੀਬ ਪਹੁੰਚਣੀ ਹੈਗੀ ਆ। ਇਸੇ ਤਰ੍ਹਾਂ ਹੋਰ ਬਹੁਤ ਸਾਰੇ ਪੈਸੰਜਰਸ ਜੋ ਉਹਦੇ ਵਿੱਚ ਸਵਾਰੀਆਂ ਸੀਆਂ, ਉਹਨਾਂ ਦੇ ਕਈਆਂ ਦੇ ਬਿਆਨ ਆ ਰਹੇ, ਕਈਆਂ ਦੀ ਲੋਕਲ ਸੈਨ ਫਰਾਂਸਿਸਕੋ ਏਰੀਆ 'ਚ ਗੱਲਬਾਤ ਵੀ ਹੋਈ ਆ। ਅਮਰੀਕਨ ਅਥਾਰਟੀਜ਼ ਇਹ ਕਹਿ ਰਹੀਆਂ ਵੀ ਤੁਹਾਨੂੰ ਘਾਬਰਨ ਦੀ ਜ਼ਰੂਰਤ ਨਹੀਂ, ਜੋ ਅਮਰੀਕਨ ਸਿਟੀਜ਼ਨ ਉਸ ਫਲਾਈਟ ਦੇ ਵਿੱਚ ਹੈਗੇ ਆ। ਭਈ ਐਕਚੁਅਲੀ ਨਾ ਤਾਂ ਇਹ ਅਮਰੀਕਨ ਫਲਾਈਟ ਆ ਤੇ ਇਹ ਫਲਾਈਟ ਹੈਗੀ 에ਅਰ ਇੰਡੀਆ ਦੀ, ਤੇ ਇੰਡੀਆ ਵਾਲਿਆਂ ਦੇ ਰਿਲੇਸ਼ਨ ਰਸ਼ੀਆ ਵਾਲਿਆਂ ਦੇ ਨਾਲ ਹਜੇ ਤੱਕ ਗੁੱਡ ਆ। ਜੇ ਅਮਰੀਕਨ ਸਿਟੀਜ਼ਨਸ ਨੂੰ ਕਿਸੇ ਤਰ੍ਹਾਂ ਦਾ ਕੋਈ ਪ੍ਰੋਬਲਮ ਦਿੰਦੇ ਆ ਤੇ ਇੰਡੀਆ ਨਾਲ ਰਿਲੇਸ਼ਨ ਉਹਨਾਂ ਦੇ ਖਰਾਬ ਹੋ ਸਕਦੇ ਆ, ਕਿਉਂਕਿ ਅਮਰੀਕਾ ਨਾਲ ਤਾਂ ਆਲਰੇਡੀ ਖਰਾਬ ਹੈਗੇ ਹੀ ਆ। ਜ਼ਿਰਵਾਨਾ ਕਾਮਾ ਕਰਕੇ 16 ਸਾਲਾਂ ਦਾ ਡਰਾਈਵ ਕਰ ਰਿਹਾ ਸੀ। ਉਹਨਾਂ ਨੇ ਕਿਹਾ ਵੀ ਹੁਣ ਮੈਗਡਾਨ 'ਚ ਇੱਕ ਹੋਸਟਲ ਦੇ ਵਿੱਚ ਉਹ ਰਹਿ ਰਹੇ ਆ, ਵੀ ਪ੍ਰੋਬਲਮ ਇਹ ਆ ਵੀ ਇੱਥੇ ਕੋਈ ਕ੍ਰੈਡਿਟ ਕਾਰਡ ਵਗੈਰਾ ਨਹੀਂ ਯੂਜ਼ ਹੁੰਦਾ, ਕਿਉਂਕਿ ਸੈਂਕਸ਼ਨਸ ਲੱਗੀਆਂ ਆ। ਕ੍ਰੈਡਿਟ ਕਾਰਡ ਉਹਨਾਂ ਮਸ਼ੀਨਸ ਦੇ ਵਿੱਚ ਕੰਮ ਨਹੀਂ ਕਰਦੇ ਹੈਗੇ। ਬੇਰੀਏ ਚੋਂ ਬਹੁਤ ਸਾਰੇ ਲੋਕ ਫਿਕਰਮੰਦ ਆ, ਸੋਸ਼ਲ ਮੀਡੀਆ ਦੇ ਉੱਤੇ ਆਪਣੇ ਵੱਖ-ਵੱਖ ਕਮੈਂਟ ਉਹ ਪਾ ਰਹੇ ਹੈਗੇ ਆਪਣੇ ਰਿਸ਼ਤੇਦਾਰਾਂ ਦੀ ਬਾਬਤ, ਵੀ ਸਾਨੂੰ ਪਤਾ ਨਹੀਂ ਚੱਲ ਰਿਹਾ ਵੀ ਕੀ ਉੱਥੇ ਵਾਪਰ ਰਿਹਾ ਹੈਗਾ। ਇੱਕ ਗੌਰਵ ਮਹਿਤਾ ਸੈਨੋਜ਼ੇ ਤੋਂ, ਉਹਨਾਂ ਨੇ ਕਿਹਾ ਵੀ ਕੁਝ ਘੰਟੇ ਪਹਿਲਾਂ ਮੈਂ ਆਪਣੇ ਜੋ ਰਿਸ਼ਤੇਦਾਰ ਆ ਉਹਨਾਂ ਦੇ ਨਾਲ ਬੋਲਿਆ ਆ, ਉਹਨਾਂ ਨਾਲ ਗੱਲਬਾਤ ਹੋਈ ਆ। ਉਹ ਕਹਿੰਦੇ ਵੀ ਉਹਨਾਂ ਨੂੰ ਲੰਚ ਆ ਉੱਥੇ ਪ੍ਰੋਵਾਈਡ ਕੀਤਾ ਗਿਆ ਆ। ਉਹਨਾਂ ਨੇ ਇਹ ਕਿਹਾ ਵੀ ਮੇਰੀ ਮਦਰ ਆ 68 ਸਾਲਾਂ ਦੀ, 24 ਘੰਟੇ ਉਹਨੂੰ ਤੁਰੀ ਨੂੰ ਹੋ ਗਿਆ ਸੀ, ਤੇ ਹੁਣ ਉੱਥੇ ਡਿਲੇ ਹੋ ਗਈ 48 ਘੰਟੇ ਦੀ, 72 ਘੰਟੇ ਹੋ ਜਾਣੇ ਆ ਅਮਰੀਕਾ ਦੇ ਵਿੱਚ ਪਹੁੰਚਦਿਆਂ ਨੂੰ। ਤੇ 68 ਸਾਲਾਂ ਦੇ ਬੰਦੇ ਦੇ ਲਈ ਇਹ ਇੰਨੇ ਘੰਟੇ ਜਿਹੜੇ ਆ ਬਹੁਤ ਔਖੇ ਹੁੰਦੇ ਹੈਗੇ ਆ। ਇਸੇ ਤਰ੍ਹਾਂ ਰਿਚਾ ਵਰਮਾ ਆ ਰਿਵਰ ਆਈਲੈਂਡ ਤੋਂ, ਉਹਦੇ ਪੇਰੈਂਟਸ ਉਸ ਫਲਾਈਟ ਦੇ ਵਿੱਚ ਆ ਰਹੇ ਆ। ਉਹਨਾਂ ਨੇ ਕਿਹਾ ਵੀ ਉਹਦੇ ਪੇਰੈਂਟਸ ਨੇ ਦੱਸਿਆ ਵੀ ਰਸ਼ੀਆ ਦੇ ਇੱਕ ਸਕੂਲ ਦੇ ਵਿੱਚ ਸਾਰੇ ਪੈਸੰਜਰਸ ਨੂੰ ਰੱਖਿਆ ਗਿਆ ਆ, ਤੇ ਉਹ ਜੋ ਮੈਟਰਸ ਆ ਉਹਨਾਂ ਦੇ ਉੱਤੇ ਸੌ ਰਹੇ ਆ, ਉਹਨਾਂ ਨੂੰ ਕੰਬਲ ਵਗੈਰਾ
ਦਿੱਤੇ ਗਏ ਹੈਗੇ ਆ, ਬਲੈਂਕਟਸ ਵਗੈਰਾ ਸਾਰੇ ਉਹਨਾਂ ਨੂੰ ਦਿੱਤੇ ਗਏ ਆ। ਇਸੇ ਤਰ੍ਹਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਰਸ਼ੀਆ ਦੇ ਅਮਰੀਕਾ ਦੇ ਨਾਲ ਬਾਲੇ ਵਧੀਆ ਸੰਬੰਧ ਨਹੀਂ। US ਦੇ ਸਿਟੀਜ਼ਨ ਇਸ ਕਰਕੇ ਫਿਕਰਮੰਦ ਆ ਵੀ ਸਾਨੂੰ ਕੁਛ ਕੀਤਾ ਨਾ ਜਾਵੇ, ਸਾਨੂੰ ਉੱਥੇ ਕਿਤੇ ਅਰੈਸਟ ਨਾ ਕਰ ਲਿਆ ਜਾਵੇ। ਸੋ ਅਮਰੀਕਨ ਅਥਾਰਟੀਜ਼ ਇਹ ਕਹਿ ਰਹੀਆਂ ਸਟੇਟ ਡਿਪਾਰਟਮੈਂਟ ਵੱਲੋਂ ਕਿਸੇ ਨੂੰ ਘਾਬਰਨ ਦੀ ਜ਼ਰੂਰਤ ਨਹੀਂ ਵੀ ਉਹ ਫਲਾਈਟ 에ਅਰ ਇੰਡੀਆ ਦੀ ਆ ਤੇ ਇੰਡੀਆ ਵਾਲਿਆਂ ਨਾਲ ਰਿਲੇਸ਼ਨ ਗੁੱਡ ਹੈਗੇ ਆ ਤੇ US ਦੀ ਸਟੇਟ ਡਿਪਾਰਟਮੈਂਟ ਕੰਟੀਨਿਊਸਲੀ ਮੋਨੀਟਰ ਕਰ ਰਹੀ ਆ ਤੇ ਉਹ ਇਹ ਵੀ ਦੇਖ ਰਿਹਾ ਵੀ ਕਿੰਨੇ ਸਿਟੀਜ਼ਨ ਆ। ਸੋ ਜੇ ਸਾਡੇ ਸਰੋਤੇ ਸੁਣ ਰਹੇ ਆ, ਤੁਹਾਡਾ ਕੋਈ ਵੀ ਰਿਸ਼ਤੇਦਾਰ ਉਹ ਫਲਾਈਟ ਦੇ ਵਿੱਚ ਆ, ਉਹ ਅਮਰੀਕਨ ਸਿਟੀਜ਼ਨ ਆ ਤੇ ਤੁਹਾਨੂੰ ਸਟੇਟ ਡਿਪਾਰਟਮੈਂਟ ਨੂੰ ਇਮੀਡੀਏਟਲੀ ਕੰਟੈਕਟ ਕਰਨਾ ਚਾਹੀਦਾ ਵੀ ਅਸੀਂ ਫਿਕਰਮੰਦ ਆ ਵੀ ਉਹਨਾਂ ਦੀ ਸਿਚੁਏਸ਼ਨ ਆ ਜੋ ਉਹਦੇ ਬਾਰੇ ਦੱਸਿਆ ਜਾਵੇ। ਜੀ ਬਿਲਕੁਲ ਹਰਜੋਤ ਸਿੰਘ ਜੀ, ਤੁਸੀਂ ਬੜੀ ਤਫਸੀਲ ਦੇ ਨਾਲ ਇਸ ਜੋ ਸਾਰੀ ਇਨਸੀਡੈਂਟ ਵਾਪਰੀ ਹੈ ਇਹਦੇ ਬਾਰੇ ਦੱਸਿਆ ਤੇ ਆਪਣੇ ਨਾਲ ਜੁੜੇ ਨੇ ਸੰਤ ਸਿੰਘ ਢਿੱਲੋਂ ਜੀ। ਹੋਪਫੁਲੀ ਉਹ ਸ਼ਾਇਦ ਇਸ ਫਲਾਈਟ ਦੇ ਬਾਰੇ ਉਹਨਾਂ ਦਾ ਕੋਈ ਰਿਲੇਟਿਵ ਹੈ ਜਾਂ ਉਹ ਕੋਈ ਗੱਲ ਕਰਨਾ ਚਾਹੁੰਦੇ ਨੇ, ਤਾਂ ਜੇਕਰ ਤੁਹਾਡਾ ਵੀ ਕੋਈ ਨੇੜਲਾ ਕੋਈ ਰਿਸ਼ਤੇਦਾਰ ਇਸ ਫਲਾਈਟ ਦੇ ਵਿੱਚ ਜਾਂ ਤੁਹਾਨੂੰ ਲੱਗਿਆ ਕਿ ਦਿੱਲੀ ਤੋਂ ਸੈਨ ਫਰਾਂਸਿਸਕੋ ਦੇ ਵਿੱਚ ਟਰੈਵਲ ਕਰ ਰਿਹਾ ਸੀ ਤਾਂ ਤੁਸੀਂ ਵੀ ਜੇ ਕੋਈ ਜਾਣਕਾਰੀ ਹੈ ਤਾਂ ਪੰਜਾਬੀ ਰੇਡੀਓ USA ਦੇ ਸਰੋਤਿਆਂ ਦੇ ਨਾਲ ਉਹ ਸਾਂਝੀ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ 에ਅਰ ਹੋ ਜੀ। ਸੰਤ ਸਿੰਘ ਢਿੱਲੋਂ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਾਡੇ 2 ਰਿਸ਼ਤੇਦਾਰ ਆ ਜੀ ਉਹਦੇ ਵਿੱਚ ਫਲਾਈਟ ਵਿੱਚ ਜੀ 216 ਬੰਦੇ ਆ ਜੀ ਫਲਾਈਟ ਵਿੱਚ ਜੀ ਤੇ 16 ਉਹਨਾਂ ਦੇ ਕਰੂ ਮੈਂਬਰ ਆ ਜੀ, 232 ਮੈਂਬਰ ਟੋਟਲ ਜੀ ਉਹਦੇ ਵਿੱਚ। ਜੀ ਤੁਹਾਡੀ ਉਹਨਾਂ ਨਾਲ ਗੱਲਬਾਤ ਵੀ ਹੋਈ ਹੈ ਰਿਸ਼ਤੇਦਾਰਾਂ ਨਾਲ ਜਾਂ ਨਹੀਂ? ਹਾਂ ਹੋਈ ਹੈ ਜੀ ਗੱਲਬਾਤ। ਹੁਣ ਜਹਾਜ਼ ਬੰਬੇ ਤੋਂ ਚੱਲ ਪਿਆ ਜੀ ਉਹਨਾਂ ਨੂੰ ਲੈਣ ਲਈ। ਠੀਕ ਹੈ ਜੀ, ਠੀਕ ਹੈ। ਉਹ 6 ਵਜੇ ਪਹੁੰਚੇਗਾ ਜੀ, ਇੱਥੋਂ ਦੇ 12 ਵਜੇ ਤਕਰੀਬਨ ਉੱਥੇ ਪਹੁੰਚ ਜਾਏਗਾ ਜੀ ਉਹ ਜਹਾਜ਼ ਤੇ ਫਿਰ ਉਹਨਾਂ ਨੂੰ ਫਿਰ ਉਹ ਲੈ ਕੇ ਆਵੇਗਾ ਜੀ ਇੱਥੇ ਆਪਣੇ ਸੈਨ ਫਰਾਂਸਿਸਕੋ। ਜੀ ਤੇ ਤੁਹਾਡੇ ਜਿਹੜੇ ਰਿਸ਼ਤੇਦਾਰ ਉਹ ਸਿਟੀਜ਼ਨ ਆ ਅਮਰੀਕਨ ਜਾਂ ਗ੍ਰੀਨ ਕਾਰਡ ਹੋਲਡਰ ਆ ਜਾਂ ਇੰਡੀਆ ਦੇ ਸਿਟੀਜ਼ਨ ਆ? ਉਹ ਇੱਕ ਤੇ ਸਿਟੀਜ਼ਨ ਆ ਜੀ, ਆਪਣਾ ਇੱਥੇ ਸਾਡੇ ਪਾਸ ਆ ਰਹੇ ਸੀਗੇ ਜੀ ਤੇ ਸਕੂਲ ਵਿੱਚ ਉਹਨਾਂ ਨੂੰ ਤਾਰਿਆ ਵਾ ਜੀ। ਉਹਨਾਂ ਨੇ ਠੰਡ ਬਹੁਤ ਆ, ਕੱਪੜੇ ਕੁਪੜੇ ਦੇਤੇ ਸੀਗੇ ਜੀ ਵਧੀਆ ਉਹਨਾਂ ਨੂੰ। ਠੀਕ ਹੈ ਜੀ। ਬੱਚਿਆਂ ਨੂੰ ਉਹ ਲੈ ਗਏ ਸੀ ਆਪਣਾ ਹੋਟਲ ਵਿੱਚ, ਜਿਹੜੇ ਛੋਟੇ ਬੱਚੇ ਸੀਗੇ ਜੀ। ਜੀ ਤੇ ਖਾਣਾ ਖੁਣਾ ਵਧੀਆ ਦੇਤਾ ਸੀ। ਪੁਲਿਸ ਉੱਥੇ ਦੀ ਮਿਲਟਰੀ ਉਹਨਾਂ ਦੀ ਕੇਅਰ ਕਰ ਰਹੀ ਹੈ ਜੀ। ਠੀਕ ਹੈ ਤੇ ਤਕਰੀਬਨ ਠੀਕ ਹੈ ਜੀ। ਕਹਿੰਦੇ ਅੱਜ ਉਹਨਾਂ ਨੇ ਆਪਣਾ ਪਹਿਲਾਂ ਤਾਂ ਬਹੁਤ ਡਰ ਗਏ ਸੀਗੇ ਜੀ। ਪਹਿਲਾਂ ਉਹ ਬੰਦੇ ਕਿਉਂਕਿ ਜਹਾਜ਼ ਵਿੱਚੋਂ ਧੂੰਆਂ ਬਹੁਤ ਨਿਕਲਣ ਲੱਗ ਗਿਆ ਸੀਗਾ ਜੀ। ਪਲੱਸ ਉਹ ਯੂਕਰੇਨ ਦੇ ਲਾਗੇ ਦੀ ਸੀ ਤੇ ਉਹ ਡਰ ਰਿਹਾ ਸੀ ਵੀ ਕਿਤੇ ਉੱਥੇ ਕੋਈ ਮਿਜ਼ਾਈਲ ਮਜ਼ੂਲੇ ਨਾ ਜਾਂ ਕੋਈ ਇਦਾਂ ਦਾ ਲੜਾਈ ਚੱਲ ਰਹੀ ਹੈ ਨਾ, ਇਦਾਂ ਦੀ ਕੋਈ ਅਣਸਕਾਮੀ ਘਟਨਾ ਹੋਵੇ। ਪਰ ਉਹ ਕਹਿੰਦੇ ਰਸ਼ੀਆ ਦੇ ਦੂਸਰੀ ਸਾਈਡ ਤੇ ਸੀ ਜਿੱਧਰ ਯੂਕਰੇਨ ਨੂੰ ਨਹੀਂ ਲੱਗਦਾ ਹੈਗਾ। ਗੋਲੀ ਦੀ ਬੜੀ ਪ੍ਰੋਬਲਮ ਆ ਰਹੀ ਹੈ ਜੀ। ਇੱਕ ਲੜਕੀ ਹੈਗੀ ਆਪਣੀ ਇੰਡੀਆ ਨੂੰ, ਜਿਹੜੀ ਰਸ਼ੀਆ ਨੂੰ ਜਾਣਦੀ ਹੈ ਜੀ। ਠੀਕ ਹੈ ਜੀ। ਉਹ ਉਹਨਾਂ ਦੇ ਨਾਲ ਮਿਲਟਰੀ ਦੇ ਨਾਲ ਉਹ ਟ੍ਰਾਂਸਲੇਟ ਵਜੋਂ ਕੰਮ ਕਰ ਰਹੀ ਹੈ ਲੜਕੀ ਉਹ। ਠੀਕ ਹੈ ਜੀ। ਤੇ ਠੀਕ ਠਾਕ ਹੈ ਜੀ, ਬੰਦੇ ਪਹੁੰਚ ਜਾਣਗੇ ਜੀ ਅੱਜ 6 ਵਜੇ। ਉਹ ਫਲਾਈਟ ਜਿਹੜੀ ਬੰਬੇ ਤੋਂ ਚੱਲੀ ਆ ਉਹ ਕਿੰਨੇ ਵਜੇ ਸੈਨ ਫਰਾਂਸਿਸਕੋ ਪਹੁੰਚੂਗੀ ਜੀ? ਇਹਦੇ ਬਾਰੇ ਕੁਝ ਪਤਾ ਲੱਗਿਆ? ਉਹਨੇ 6 ਵਜੇ ਪਹੁੰਚਣਾ ਜੀ, ਇੱਥੇ ਦੇ 12 ਵਜੇ। ਉਹਨੇ ਜੂਨ 8 ਨੂੰ 6:30 ਵਜੇ ਪਹੁੰਚੂਗੀ। ਜੀ ਤੇ ਉੱਥੋਂ ਫਿਰ ਉਹ ਤਕਰੀਬਨ 7 ਵਜੇ ਤਕਰੀਬਨ ਚੱਲੇਗੀ ਜੀ। ਫਿਰ ਉਹਦੇ ਮੁਤਾਬਕ 10 ਘੰਟੇ 11 ਮਿੰਟ ਲੱਗਣੇ ਜੀ ਇੱਥੇ ਆਉਣ ਨੂੰ। ਜੀ ਤੇ ਧੰਨਵਾਦ ਜੀ, ਬਹੁਤ ਹਾਂਜੀ ਧੰਨਵਾਦ ਜੀ, ਬਹੁਤ ਜੀ ਬਹੁਤ ਖਾਲਸਾ ਜੀ। ਬਹੁਤ ਤੁਸੀਂ ਬਹੁਤ ਵਧੀਆ ਖਬਰਾਂ ਦਿੰਦੇ ਜੀ। ਮੈਂ ਸੰਤ ਢਿੱਲੋਂ ਜੀ ਰੇਪਨ ਤੋਂ। ਜੀ ਧੰਨਵਾਦ। ਸੋ ਕਿਉਂਕਿ ਆਪਣੀ ਕਮਿਊਨਿਟੀ ਨਾਲ ਰਿਲੇਟਡ ਆ, ਬਹੁਤ ਇੰਪੋਰਟੈਂਟ ਖਬਰ ਸੀ ਕਿਉਂਕਿ ਆਪਾਂ ਨੂੰ ਵੀ ਫਿਕਰ ਆ ਵੀ ਆਪਣਾ ਕੋਈ ਭੈਣ ਭਰਾਈ ਉਹਦੇ ਵਿੱਚ ਫਸਿਆ ਨਾ ਹੋਵੇ। ਹਾਲਾਂਕਿ ਆਪਾਂ ਤਾਂ ਬਹੁਤ ਵਾਰ ਲੋਕਾਂ ਨੂੰ ਕਹਿੰਦੇ ਰਹਿੰਦੇ ਆ ਵੀ 에ਅਰ ਇੰਡੀਆ ਨੂੰ ਬਖਸ਼ਿਆ ਹੀ ਕਰੋ, ਬਹੁਤ ਕੰਪਲੇਨਸ ਆਉਂਦੀਆਂ ਬਹੁਤ ਜ਼ਿਆਦਾ। ਚਲੋ ਲੱਕਲੀ ਇਹ ਆ ਵੀ ਕਿਸੇ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਉਹ ਚਲੋ ਮਹਾਰਾਜ ਨੇ ਬਹੁਤ ਵਧੀਆ ਕੀਤਾ ਵੀ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ। ਜੀ 에ਅਰ ਇੰਡੀਆ ਦੇ ਬਾਰੇ ਜਾਣਕਾਰੀ ਹੋਰ ਦਿੰਦੇ ਚੱਲੀਏ ਹਰਜੋਤ ਸਿੰਘ ਜੀ। 에ਅਰ ਇੰਡੀਆ, ਇੰਡੀਗੋ ਤੇ ਸਪਾਈਸ ਜੈਟ ਇਹਨਾਂ ਨੇ ਕੰਟੀਨਿਊਸਲੀ ਲਗਾਤਾਰ 184 ਤੇ 98 ਤੇ 77 ਇਨਸੀਡੈਂਟਸ ਰਿਪੋਰਟ ਹੋਇਆ ਜਿਹੜੇ ਇਹਨਾਂ ਦੇ ਵਿੱਚ ਟੈਕਨੀਕਲ ਫਾਲਟ ਹੋਇਆ ਲਾਸਟ 1 ਸਾਲ ਦੇ ਵਿੱਚ, ਪਿਛਲੇ 1 ਸਾਲ ਦੇ ਵਿੱਚ। ਤੇ ਇੱਕ ਵਾਰੀ ਫੇਰ ਪ੍ਰਵੀਨ ਜੀ ਰਿਪੀਟ ਕਰ ਦਿਓ ਤਾਂ ਕਿ ਸਾਡੇ ਸਰੋਤੇ ਸੁਣ ਲੈਣ। ਬਹੁਤ ਵਾਰ ਕੀ ਆ ਨਾ, ਆਪਾਂ ਲਾਲਚ ਕਰ ਲੈਂਦੇ ਯਾਰ, ਸਿੱਧੀ ਫਲਾਈਟ ਜਾਂਦੀ ਆ, ਸਸਤੀ ਫਲਾਈਟ ਜਾਂਦੀ ਆ। ਸੋ ਤੁਸੀਂ ਕੋਈ ਵੀ ਜਿਹੜੇ ਆ ਨਾ ਫਿਗਰਸ ਆ ਉਹਨਾਂ ਨੂੰ ਮੇਕ ਸ਼ੋਰ ਕਰੋ ਵੀ ਭਾਈ ਜਿਹੜੀ ਫਲਾਈਟ ਤੁਸੀਂ ਜਾ ਰਹੇ ਹੋ ਉਹ ਸੇਫ ਆ, ਸਾਰਾ ਕੁਝ। ਹੁਣ ਤੁਸੀਂ ਫਿਗਰ ਸੁਣਿਓ ਜਰਾ ਧਿਆਨ ਨਾਲ। ਹਾਂਜੀ ਬਿਲਕੁਲ। ਤੁਸੀਂ ਦੁਬਾਰਾ ਜਿਹੜੇ ਤੁਸੀਂ ਗੂਗਲ ਤੇ ਜਾ ਕੇ ਮਿੰਟ ਦੀ ਰਿਪੋਰਟ ਆ ਇਹ ਜਿਹੜੀ 8 ਅਗਸਤ 2022 ਨੂੰ ਛਪੀ ਸੀ, ਉਹਨਾਂ ਨੇ ਇਹ ਰਿਪੋਰਟ ਕੀਤਾ ਸੀਗਾ
ਕਿ 에ਅਰ ਇੰਡੀਆ, ਇੰਡੀਗੋ ਤੇ ਸਪਾਈਸ ਜੈਟ ਇਹਨਾਂ ਦੇ ਵਿੱਚ ਲਗਾਤਾਰ 184, 98 ਤੇ 77, ਯਾਨੀ ਕਿ 에ਅਰ ਇੰਡੀਆ ਦੇ ਵਿੱਚ 184, ਇੰਡੀਗੋ ਦੇ ਵਿੱਚ 98 ਤੇ ਸਪਾਈਸ ਜੈਟ ਦੇ ਵਿੱਚ 77 ਇੰਸੀਡੈਂਟ ਵਾਪਰੇ ਆ, ਜਿਨ੍ਹਾਂ ਦੇ ਵਿੱਚ ਟੈਕਨੀਕਲ ਕਿਸੇ ਕਾਰਨ ਕਰਕੇ ਫਲਾਈਟ ਜਾਂ ਤਾਂ ਉਤਾਰਨੀ ਪਈ ਜਾਂ ਵਾਪਸ ਮੋੜਨੀ ਪਈ। ਤੇ ਵਿਸਤਾਰਾ ਜਿਹੜੀ ਆ ਜਾਂ 에ਅਰ ਏਸ਼ੀਆ, ਇਹਦੇ ਵਿੱਚ 50 ਤੇ 40 ਲਗਾਤਾਰ ਦੋਨਾਂ ਦੇ ਵਿੱਚ ਟੈਕਨੀਕਲ ਜਿਹੜੇ ਆ ਉਹ ਫਾਲਟ ਵਾਪਰੇ ਆ। ਤੇ 에ਅਰ ਇੰਡੀਆ ਬਾਰੇ ਤਾਂ ਕਿਹਾ ਗਿਆ ਕਿ ਜਦੋਂ ਇਹਨਾਂ ਨੂੰ ਪਿਛਲੇ ਸਾਲ ਟਾਟਾ ਗਰੁੱਪ ਨੇ ਕੰਟਰੋਲ ਲੈ ਲਿਆ ਸੀ ਇਹਨਾਂ ਦਾ, ਤੇ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਇਹਨੂੰ ਬੜੇ ਬਿਹਤਰ ਤਰੀਕੇ ਨਾਲ ਚਲਾਵਾਂਗੇ, ਪਰ ਬਾਵਜੂਦ ਇਹਦੀ ਸਰਵਿਸ ਦੇ ਵਿੱਚ ਕੋਈ ਸੁਧਾਰ ਨਹੀਂ ਹੋਇਆ। ਤੇ ਜਿਹੜੇ ਇਹ ਆંકੜੇ ਨੇ, ਇਹਨਾਂ ਨੇ ਜੁਲਾਈ 1 ਤੇ 2021 ਤੋਂ ਲੈ ਕੇ ਤੇ ਜੂਨ 30 2022 ਤੱਕ ਨੋਟ ਕੀਤੇ, ਤੇ ਟੋਟਲ 478 ਇਹੋ ਜਿਹੀਆਂ ਘਟਨਾਵਾਂ ਇਹਨਾਂ 에ਅਰਲਾਈਨਸ ਦੇ ਨਾਲ ਜੁੜੀਆਂ ਵਾਪਰੀਆਂ ਨੇ, ਜਿਨ੍ਹਾਂ ਦੇ ਵਿੱਚ ਕੋਈ ਨਾ ਕੋਈ ਟੈਕਨੀਕਲ ਫਾਲਟ, ਕੋਈ ਤਕਨੀਕੀ ਖਾਮੀ ਖਰਾਬੀ ਕਰਕੇ ਫਲਾਈਟ ਨੂੰ ਜਾਂ ਤਾਂ ਰਸਤੇ ਦੇ ਵਿੱਚ ਉਤਾਰਿਆ ਗਿਆ, ਜਾਂ ਫਲਾਈਟ ਚੱਲਣ ਤੋਂ 10 ਮਿੰਟ ਬਾਅਦ ਫਿਰ 에ਅਰਪੋਰਟ ਤੇ ਵਾਪਸ ਲਿਆਂਦਾ ਗਿਆ, ਜਾਂ ਫਿਰ ਉਹਦੀ ਥਾਂ ਤੇ ਮਤਲਬ ਫਲਾਈਟ ਉੱਡਣ ਲੱਗੀ ਸੀ, ਜਹਾਜ਼ ਦੇ ਵਿੱਚ ਕੋਈ ਟੈਕਨੀਕਲ ਖਾਮੀ ਆ ਗਈ ਤੇ ਸਵਾਰੀਆਂ ਨੂੰ, ਮੁਸਾਫਰਾਂ ਨੂੰ ਫਿਰ ਜਿਹੜਾ ਇੰਤਜ਼ਾਰ ਉਹ ਕਰਨਾ ਪਿਆ। DGCA ਨੇ ਇਸ ਬਾਬਤ ਇੱਕ ਸਟੇਟਮੈਂਟ ਵੀ ਇਸ਼ੂ ਕੀਤੀ ਸੀਗੀ ਟੈਕਨੀਕਲ ਸਨੈਜਸ ਦੇ ਬਾਬਤ, ਕਿ ਜਿਹੜੀਆਂ ਆ ਰਹੀਆਂ ਨੇ, ਉਹਨਾਂ ਨੇ ਕਿਹਾ ਸੀਗਾ ਕਿ ਇਹ ਜਿਹੜੀ 에ਅਰਲਾਈਨਸ ਨੇ, ਖਾਸ ਕਰਕੇ ਉਹਨਾਂ ਨੇ ਜ਼ਿਕਰ ਕੀਤਾ ਸੀਗਾ 에ਅਰ ਇੰਡੀਆ ਦੇ ਹਵਾਲੇ ਦੇ ਨਾਲ, ਇੰਡੀਗੋ, ਸਪਾਈਸ ਜੈਟ, ਵਿਸਤਾਰਾ, 에ਅਰ ਏਸ਼ੀਆ, ਤੇ ਨਾਲ ਉਹਨਾਂ ਨੇ 1-2 ਜਿਹੜੀਆਂ 에ਅਰਲਾਈਨ ਹੋਰ ਕੋਟ ਕੀਤੀਆਂ ਸੀਗੀਆਂ, ਤੇ ਉਹਨਾਂ ਨੇ ਕਿਹਾ ਸੀਗਾ ਵੀ ਤੁਸੀਂ ਆਪਣੀਆਂ ਜਿਹੜੀਆਂ ਤਕਨੀਕੀ ਖਾਮੀਆਂ ਇਹਨਾਂ ਨੂੰ ਦੂਰ ਕਰੋ, ਕਿਉਂਕਿ ਇਹਨਾਂ ਦੇ ਨਾਲ ਮੁਸਾਫਰਾਂ ਦੇ ਵਿੱਚ ਇਕੱਲਾ ਉਹਨਾਂ ਦਾ ਸਮਾਂ ਖਰਾਬ ਨਹੀਂ ਹੁੰਦਾ ਜਾਂ ਉਹਨਾਂ ਦਾ ਪੈਸਾ, ਵਿੱਤੀ ਨੁਕਸਾਨ ਨਹੀਂ ਹੁੰਦਾ, ਉਹਨਾਂ ਦੇ ਵਿੱਚ ਅਸੁਰੱਖਿਆ ਦੀ ਭਾਵਨਾ ਆਉਂਦੀ ਹੈ, ਕਿਉਂਕਿ ਆਸਮਾਨ ਦੇ ਵਿੱਚ ਤੁਸੀਂ ਉੱਡ ਰਹੇ ਹੋ ਤੇ ਤੁਹਾਡੇ ਕੋਲੇ ਹੋਰ ਕੋਈ ਅਲਟਰਨੇਟ ਨਹੀਂ ਹੈ। ਜਿਵੇਂ ਇਸ ਜਹਾਜ਼ ਦੇ ਵਿੱਚੋਂ ਧੂੰਆਂ ਨਿਕਲਣ ਲੱਗ ਪਿਆ ਸੀਗਾ, ਤੇ ਉੱਤੋਂ ਜਿਹੜਾ ਇਲਾਕਾ ਸੀ ਉਹ ਵੀ ਪਹਿਲਾਂ ਲੱਗਿਆ ਕਿ ਸ਼ਾਇਦ ਯੂਕਰੇਨ ਵਾਲਾ ਇਲਾਕਾ ਵਾ, ਤੇ ਉੱਥੇ ਕੋਈ ਵੀ ਅਣਸੁਖਾਵੀਂ ਘਟਨਾ ਜਿਹੜੀ ਵਾਪਰ ਸਕਦੀ ਹੈ, ਪਰ ਚਲੋ ਕੋਈ ਵੀ ਅਣਸੁਖਾਵੀਂ ਘਟਨਾ ਜਿਹੜੀ ਹੈ ਨਹੀਂ ਵਾਪਰੀ, ਬਚਾਅ ਹੋ ਗਿਆ। ਪਰ ਟੈਕਨੀਕਲ ਫਾਲਟ ਸੀਗਾ, ਇਸੇ ਕਰਕੇ ਫਲਾਈਟ ਨੂੰ ਉੱਥੇ ਉਤਾਰਨਾ ਪਿਆ। ਕਈ 에ਅਰਲਾਈਨਸ ਜਾਂ ਇਸ ਵੇਲੇ ਰਸ਼ੀਆ ਦਾ ਜਿਹੜਾ 에ਅਰ ਸਪੇਸ ਆ, ਉਹਨੂੰ ਆਪਾਂ ਜਿਹੜਾ ਅਮਰੀਕਾ 에ਅਰਲਾਈਨ ਆ ਉਹ ਵਰਤ ਨਹੀਂ ਸਕਦੀਆਂ, ਪਰ ਇਹ ਕਿਉਂਕਿ ਇੰਡੀਆ ਦੇ ਨਾਲ ਆ, ਤੇ ਇਸ ਕਰਕੇ ਇਹਨਾਂ ਨੂੰ ਉੱਥੇ ਉਤਾਰਨਾ ਪਿਆ। ਇੱਕ ਵਾਰੀ ਕੀ ਹੋਇਆ ਹਰਜੋਤ ਸਿੰਘ ਜੀ, ਕਿ ਇਹਨਾਂ ਦਾ ਪਾਕਿਸਤਾਨ ਦੇ ਨਾਲ ਤੁਹਾਨੂੰ ਪਤਾ ਜ਼ਿਆਦਾ ਪ੍ਰੋਪੇਗੈਂਡਾ ਚੱਲਦਾ ਹੈ, ਪਰ 에ਅਰ ਇੰਡੀਆ ਦਾ ਜਹਾਜ਼ ਇਹਨਾਂ ਨੂੰ ਹੰਗਾਮੀ ਹਾਲਤ ਦੇ ਵਿੱਚ ਪਾਕਿਸਤਾਨ ਦੇ ਵਿੱਚ ਵੀ ਉਤਾਰਨਾ ਪਿਆ ਸੀਗਾ। ਤੇ ਫਿਰ ਕਹਿੰਦੇ ਵੀ ਭਾਰਤ ਮਾਤਾ ਕੀ ਜੈ ਕਹਿਣ ਵਾਲੇ ਥੋੜੇ ਜਿਹੇ ਸ਼ਰਮਸਾਰ ਵੀ ਹੋਏ ਵੀ ਭਾਈ ਇਹ ਤਾਂ ਹੁਣ ਜਦੋਂ ਜਾਨ ਤਾਂ ਬਚਾਉਣੀ ਸੀ ਮੁਸਾਫਰਾਂ ਦੀ। ਸੋ ਇੱਕ ਹਫ਼ਤੇ ਦੇ ਵਿੱਚ ਹੀ ਪਿਛਲੇ 2022 ਸਾਲ ਦੇ ਵਿੱਚ ਲੰਘੇ ਨਵੰਬਰ ਮਹੀਨੇ ਦੀ ਗੱਲ ਆ, ਜਦੋਂ 14 ਦਿਨਾਂ ਦੇ ਵਿੱਚ ਹੀ 에ਅਰ ਇੰਡੀਆ ਦੇ ਵਿੱਚ 7 ਟੈਕਨੀਕਲ ਫਾਲਟ ਜਿਹੜੀਆਂ ਉਹ ਨੋਟ ਕੀਤੀਆਂ ਗਈਆਂ ਸੀ ਜੀ। ਸੋ ਬਹੁਤ ਸਾਰੀਆਂ ਸਾਨੂੰ ਪਹਿਲਾਂ ਵੀ ਕੰਪਲੇਨ ਆਉਂਦੀਆਂ ਰਹਿੰਦੀਆਂ, ਰੇਡੀਓ ਦੇ ਉੱਤੇ ਵੀ। ਮੈਂ ਜੀ ਟਰੈਵਲ ਕੀਤਾ ਪਿੱਛੇ, ਸੀਟ ਦੇ ਸਪਰਿੰਗ ਚੁੱਭਦੇ ਸੀ, ਉਹਨਾਂ 에ਅਰ ਇੰਡੀਆ ਦੇ ਟੀਵੀ ਨਹੀਂ ਕੰਮ ਕਰਦੇ ਹੈਗੇ, ਜਿਹੜੀ ਲਾਈਟ ਹੁੰਦੀ ਆ ਸੱਦਣਾ ਜਿਹੜੇ ਤੁਸੀਂ ਫਲਾਈਟ ਅਟੈਂਡੈਂਟ ਨੂੰ, ਉਹ ਨਹੀਂ ਕੰਮ ਕਰਦਾ, ਫੂਡ ਨਹੀਂ ਕੋਈ ਹੁੰਦਾ, ਠੰਡਾ ਹੁੰਦਾ। ਸੋ ਇਹ ਬੜੇ ਧਿਆਨ ਦੇ ਨਾਲ, ਕਿਉਂਕਿ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਅੱਜ ਦੀ ਡੇਟ ਦੇ ਵਿੱਚ ਯੂਕਰੇਨ ਤੇ ਰਸ਼ੀਆ ਦੀ ਲੜਾਈ ਚੱਲ ਰਹੀ ਆ ਬਹੁਤ ਬੁਰੀ ਤਰ੍ਹਾਂ, ਤੇ ਯੂਕਰੇਨ ਨੂੰ ਅਮਰੀਕਾ, ਸਾਰਾ ਯੂਰਪੀਅਨ ਯੂਨੀਅਨ, ਅਮਰੀਕਾ ਦੇ ਜਿਹੜੇ ਮਿੱਤਰ ਮੁਲਕ ਆ, ਉਹ ਸਾਰੇ ਸਾਥ ਦੇ ਰਹੇ ਆ। ਤੇ ਅਮਰੀਕਨ ਸਿਟੀਜ਼ਨਸ ਨੂੰ ਬਚਣਾ ਚਾਹੀਦਾ 에ਅਰ ਇੰਡੀਆ ਫਲਾਈਟ ਨੂੰ ਟਰੈਵਲ ਕਰਨ ਦੇ ਲਈ, ਕਿਉਂਕਿ ਉਹ ਰਸ਼ੀਆ ਵੱਲ ਦੀ ਆਉਂਦੀ ਹੈਗੀ ਆ। ਤੇ ਦੂਸਰਾ ਇਹ ਆ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਕਿੰਨੇ ਟੈਕਨੀਕਲ ਇਸ਼ੂ ਆਪਾਂ ਦੇਖੇ ਆ, ਵੀ ਇਹ 에ਅਰ ਇੰਡੀਆ ਦੇ ਕਿੰਨੇ ਨੰਬਰ ਆਏ ਹੈਗੇ ਆ। ਹੁਣ ਵੀ ਜਿਹੜੇ ਭਾਈ ਸਾਹਿਬ ਦੱਸ ਕੇ ਗਏ ਸੀ ਵੀ ਉਹ ਧੂੰਆਂ ਬਹੁਤ ਬੁਰੀ ਤਰ੍ਹਾਂ ਉਹਦੇ ਵਿੱਚੋਂ ਨਿਕਲ ਰਿਹਾ ਸੀ। ਲੱਕਲੀ ਚਲੋ ਬਹੁਤ ਵਧੀਆ ਹੋਇਆ ਵੀ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਤੇ ਇਹ 'ਚ ਇਹ ਵੀ ਹੁੰਦਾ ਵੀ ਬਹੁਤ ਸਾਰੇ ਬਜ਼ੁਰਗ ਪੇਸ਼ੈਂਟ ਹੈਗੇ ਆ। ਬਜ਼ੁਰਗ ਕਹਿਣ ਦਾ ਮਤਲਬ ਮੇਰਾ ਇਹ ਆ ਵੀ ਜੋ ਵੀ 65 ਸਾਲ ਤੋਂ ਉੱਪਰ ਦੇ ਆ, ਕਿਉਂਕਿ ਕਈ ਪੇਰੈਂਟਸ ਟਰੈਵਲ ਕਰਦੇ, ਸੋ ਆਪਾਂ ਵੀ ਸਾਰੇ ਇਹੀ ਸੋਚਦੇ ਵੀ ਚੱਲ ਯਾਰ ਕਿਤੇ ਫਲਾਈਟ ਚੇਂਜ ਕਰਨੀ ਆ, ਔਖਾ ਹੁੰਦਾ, ਪਤਾ ਨਹੀਂ ਹੈ, ਸਿੱਧੀ ਫਲਾਈਟ ਜਾਂਦੀ ਹੈਗੀ ਆ, ਤਾਂ ਕਰਕੇ 에ਅਰ ਇੰਡੀਆ ਦੀ ਫਲਾਈਟ ਨੂੰ ਲੈ ਲੈਂਦੇ ਆ। ਸੋ ਸਰੋਤਿਆਂ ਨੂੰ ਦੱਸਦੀ ਜਾਈਏ, ਇਹ ਜੋ ਫਲਾਈਟ ਸੀਗੀ ਉਸ ਨੂੰ ਐਮਰਜੈਂਸੀ ਰਸ਼ੀਆ ਦੇ ਵਿੱਚ ਲਾਣਾ ਪਿਆ 에ਅਰ ਇੰਡੀਆ ਦੀ ਫਲਾਈਟ ਨੂੰ, ਜੋ ਨਵੀਂ ਦਿੱਲੀ ਤੋਂ ਸੈਨ ਫਰਾਂਸਿਸਕੋ ਨੂੰ ਆ ਰਹੀ ਸੀ। ਉਹ 'ਚ ਪੰਜਾਬੀ ਵੀ ਕਾਫੀ ਜਿਹੜੇ ਆਪਣੇ ਭੈਣ ਭਰਾ ਸੀਗੇ ਟਰੈਵਲ ਕਰ ਰਹੇ, ਤੇ ਉਹਦੇ ਵਿੱਚ ਅੱਗ ਲੱਗ ਕੇ ਕਿਸੇ ਤਰ੍ਹਾਂ ਧੂੰਆਂ ਜਿਹੜਾ ਬਹੁਤ ਬੁਰੀ ਤਰ੍ਹਾਂ ਨਿਕਲਿਆ, ਤੇ ਐਮਰਜੈਂਸੀ ਲਾਣਾ ਪਿਆ। ਤੇ ਲੱਕਲੀ ਕਿਰਪਾ ਦੇ ਨਾਲ, ਮਹਾਰਾਜ ਜੀ ਦੇ ਨਾਲ ਸਾਰੇ ਠੀਕ ਠਾਕ ਆ। ਤੇ ਹੁਣ ਨਵੀਂ ਫਲਾਈਟ 에ਅਰ ਇੰਡੀਆ ਦੀ ਆਈ 195 ਮੁੰਬਈ ਤੋਂ ਮੈਗਾਦਨ, ਜਿੱਥੇ ਫਲਾਈਟ ਲਾਈ ਗਈ ਆ, ਉੱਥੇ ਜਾ ਰਹੀ ਆ। ਉਹ ਫਲਾਈਟ ਕੱਲ ਨੂੰ ਜੂਨ 8 ਨੂੰ ਸਵੇਰੇ
6:30 ਵਜੇ ਪਹੁੰਚੂਗੀ। ਹਜੇ ਜੀ। ਉਹ ਤੁਰੀ ਨਹੀਂ ਹੈ ਤੇ ਆਪਾਂ ਜਿਹੜੇ ਪਹਿਲਾਂ ਸੰਤ ਸਿੰਘ ਢਿੱਲੋਂ ਹੋਣੀ ਵੀ ਆਏ ਸੀ, ਹੋਰ ਵੀ ਜੇ ਸਾਡੇ ਸਰੋਤੇ ਕੋਈ ਸੁਣਦੇ ਹੋਏ, ਹਾਂਜੀ ਜੇ ਪੈਸੰਜਰ ਕੋਈ ਹੋਰ ਵੀ ਜਦੋਂ ਪਹੁੰਚ ਗਏ ਤਦ ਵੀ ਤੁਸੀਂ ਜ਼ਰੂਰ ਦੱਸਿਓ ਆਪਣਾ ਤੁਹਾਡਾ ਕੀ ਐਕਸਪੀਰੀਅੰਸ ਆ। ਹਾਂਜੀ ਕਿਉਂਕਿ ਮੈਂ ਬਿਲਕੁਲ ਟਵਿੱਟਰ ਦੇ ਉੱਤੇ ਦੇਖ ਰਿਹਾ ਬਹੁਤ ਸਾਰੇ ਲੋਕ ਗਾਲਾਂ ਵੀ ਬਹੁਤ ਕੱਢ ਰਹੇ ਕਿ 6 ਘੰਟੇ ਉਹਨਾਂ ਨੂੰ ਫਲਾਈਟ ਦੇ ਵਿੱਚ ਰੱਖਿਆ, ਕਹਿੰਦੇ ਜਗ੍ਹਾ ਨਹੀਂ ਮਿਲੀ। ਫਿਰ ਜਗ੍ਹਾ ਜੇ ਦਿੱਤੀ ਵੀ ਹੈ ਇੱਕ ਸਕੂਲ ਦੇ ਵਿੱਚ ਆ, ਥੱਲੇ ਭੁੰਜੇ ਲੰਮੇ ਪਏ ਆ, ਉੱਥੇ ਉਹਨਾਂ ਨੂੰ ਮੈਟਰਸ ਦਿੱਤੇ ਆ, ਕੰਬਲ ਦਿੱਤੇ ਆ, ਜਿਸ ਤਰ੍ਹਾਂ ਪਹਿਲਾਂ ਭਾਈ ਸਾਹਿਬ ਦੱਸ ਕੇ ਵੀ ਗਏ, ਬੱਚਿਆਂ ਨੂੰ ਸ਼ਾਇਦ ਜਿਹੜਾ ਹੋਟਲ ਦੇ ਵਿੱਚ ਰੱਖਿਆ ਗਿਆ, ਸੋ ਫੂਡ ਦਿੱਤਾ ਗਿਆ ਕਿੱਦਾਂ ਦਾ, ਉਹ ਜ਼ਰੂਰ ਤੁਸੀਂ ਸ਼ੇਅਰ ਕਰਿਓ। ਕੱਲ ਨੂੰ ਜਿਲੇ ਆ ਗਿਆ ਤੇ ਕੱਲ ਨੂੰ ਆਪਾਂ ਫਿਰ ਤੁਹਾਡੇ ਜਿਹੜੇ ਵਿਚਾਰ ਆ ਜੀ ਉਹ ਲੈ ਲਾਂਗੇ। ਪਰ ਇਹ ਦੱਸਦੇ ਜਾਈਏ, ਸੋ ਸਾਰੇ ਉਸ ਫਲਾਈਟ ਦੇ ਜਿੰਨੇ ਵੀ ਕਰੂ ਮੈਂਬਰ ਸੀ, ਜਿੰਨੇ ਵੀ ਪੈਸੰਜਰ ਆ, ਸਾਰੇ ਠੀਕ ਠਾਕ ਆ। ਇਸ ਟਾਈਮ ਉਹ ਰਸ਼ੀਆ ਦੇ ਵਿੱਚ ਆ, ਨਵੀਂ ਫਲਾਈਟ ਦੇ ਰਾਹੀਂ ਉਹ ਕੱਲ ਨੂੰ ਸਵੇਰੇ ਸੈਨ ਫਰਾਂਸਿਸਕੋ ਪਹੁੰਚਣਗੇ। ਜੀ ਸੁਲੱਖਣ ਸਿੰਘ ਤੁੰਗ ਜੀ ਸਾਡੇ ਨਾਲ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਪ੍ਰਵੀਨ ਜੀ। ਸਤਿ ਸ਼੍ਰੀ ਅਕਾਲ ਜੀ। ਵੈਸੇ ਮੈਂ ਤਾਂ ਇਹ ਦੱਸਣਾ ਕਿ ਸਾਡਾ ਕੋਈ ਇਸ ਤਰ੍ਹਾਂ ਵੀ ਉਹਦੇ ਵਿੱਚ ਪਸੰਦ ਤਾਂ ਹੈ ਨਹੀਂ, ਪਰ ਮੈਨੂੰ ਇਹ ਸੁਣ ਕੇ ਪੰਜਾਬੀ ਰੇਡੀਓ US ਦੇ ਥਰੂ ਸੁਣ ਕੇ ਜੀ ਬਹੁਤ ਹੀ ਚੰਗਾ ਲੱਗਿਆ ਵੀ ਹੋਰ ਜੇ ਕਿਸੇ ਕੋਲ ਕੋਈ ਨਹੀਂ ਵੀ ਇਨਫੋਰਮੇਸ਼ਨ ਤਾਂ ਵੇਖੋ ਇੱਕ ਬੰਦੇ ਨੇ ਆ ਕੇ ਕਿੰਨੇ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਹੋਣਾ ਵੀ ਸਾਡੇ ਪੈਸੰਜਰ ਉਹਦੇ ਵਿੱਚ ਹੈ, ਜੀ ਜੀ ਬਿਲਕੁਲ ਜੀ ਤੇ ਆਪਣੀਆਂ ਸਭ ਦੀਆਂ ਦੁਆਵਾਂ ਉਹਨਾਂ ਦੇ ਨਾਲ ਹੀ ਨੇ ਵੀ ਉਹ ਸਿਹਤਯਾਬ ਰਹਿਣ, ਕੋਈ ਤਕਲੀਫ ਨਾ ਹੋਵੇ, ਠੀਕ ਹੈ ਨੀ। ਹਾਂਜੀ ਤੇ ਵੱਡੀ ਗੱਲ ਇਹ ਹੈ ਵੀ ਅੱਜ ਦੀ ਘੜੀ ਸਾਡੇ ਕੋਲ ਕਿੰਨਾ ਸੋਹਣਾ ਮੰਚ ਹੈ। ਇਸ ਵੇਲੇ ਦੇਖੋ ਭਾਈ ਸਾਹਿਬ ਕਿੱਥੋਂ ਸੁਣ ਰਹੇ ਨੇ, ਉਹਨਾਂ ਨੇ ਇਹ ਪ੍ਰੋਗਰਾਮ ਸੁਣ ਕੇ ਸਾਰਿਆਂ ਦੇ ਲਈ ਦੇਖੋ ਕਿੰਨਾ ਦੇ ਦੁੱਖ ਦੂਰ ਕਰਕੇ ਵੀ ਪਤਾ ਲੱਗ ਗਿਆ ਵੀ ਸਾਡੇ ਪੈਸੰਜਰ ਉਹਦੇ ਵਿੱਚ ਹੈ ਕਿ ਨਹੀਂ, ਠੀਕ ਨੇ। ਜੀ ਇੱਕ ਕੁੜੀ ਹੈ ਜਿਹੜੀ ਉਹਨਾਂ ਨੂੰ ਸਮਝਾ ਸਕਦੀ ਹੈ ਰਸ਼ੀਆ ਦੇ ਤੇ ਪੰਜਾਬੀ ਦੇ ਵਿੱਚ, ਠੀਕ ਹੈ ਨਾ। ਸੋ ਅੱਜ ਦੀ ਘੜੀ ਸਾਡੇ ਕੋਲ ਬਹੁਤ ਹੀ ਸੋਹਣਾ ਮੰਚ ਹੈਗਾ। ਸੋ ਮੈਂ ਐਪਰੀਸ਼ੀਏਟ ਕਰਦਾ, ਦਿਲੋਂ ਧੰਨਵਾਦ ਕਰਦਾ ਪੰਜਾਬੀ ਰੇਡੀਓ USA ਦਾ, ਜਿਨ੍ਹਾਂ ਨੇ ਇੰਨਾ ਹਾਰਡ ਜੌਬ ਕਰ ਰਹੇ ਨੇ, ਲੋਕਾਂ ਨੂੰ ਦੱਸ ਰਹੇ ਨੇ, ਸਾਰਾ ਪਤਾ ਲੱਗ ਰਿਹਾ। ਸੋ ਧੰਨਵਾਦ ਵੀਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦ ਜੀ, ਤੁਹਾਡਾ ਵੀ ਧੰਨਵਾਦ। ਹੌਸਲਾ ਹੋਰ ਵੀ ਕੋਈ ਸਾਡੇ ਸਰੋਤੇ ਦੇ ਕੋਲ ਜਾਣਕਾਰੀ ਹੋਈ ਇਹਦੇ ਬਾਰੇ ਜਾਂ ਆਪਣੇ ਵਿਚਾਰ ਦੱਸਣੇ ਹੋਏ, ਜਰੂਰ ਤੁਸੀਂ ਪੰਜਾਬੀ ਰੇਡੀਓ USA ਦੇ ਇਸ ਟਾਈਮ ਲਾਈਵ ਪ੍ਰੋਗਰਾਮ ਚੱਲ ਰਿਹਾ 408 272 5200 ਤੇ ਕਾਲ ਕਰਕੇ ਆਪਣੇ ਵਿਚਾਰ ਸ਼ੇਅਰ ਕਰ ਲਿਓ ਜੀ। ਤਰਲੋਚਨ ਸਿੰਘ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਗੁਰਸਿਮਰਤ ਸਿੰਘ ਬੋਲ ਰਿਹਾ ਜੀ। ਹਾਂਜੀ ਹਾਂਜੀ ਜੀ। ਮੈਂ ਇੱਕ ਆਪਣਾ ਐਕਸਪੀਰੀਅੰਸ ਮੈਂ ਪਿਛਲੇ ਮਹੀਨੇ ਨਾ 5 ਤਰੀਕ ਨੂੰ 5 ਮਈ ਨੂੰ ਆਇਆ ਜੀ ਉੱਥੋਂ ਦਿੱਲੀ ਏਅਰਪੋਰਟ ਤੋਂ। ਠੀਕ ਹੈ ਜੀ। ਤੇ ਥੋੜਾ ਜਿਹਾ ਐਕਸਪੀਰੀਅੰਸ ਮੈਂ ਬਹੁਤ ਵਧੀਆ ਤੁਹਾਡਾ ਪਲੇਟਫਾਰਮ ਹੈ ਜਿਹੜਾ ਸਾਰੇ ਸਰੋਤਿਆਂ ਤੱਕ ਸਾਡੀ ਗੱਲ ਪਹੁੰਚਾਉਂਦਾ। ਨਹੀਂ ਅਸੀਂ ਕਿਸੇ ਨੂੰ ਦੱਸ ਵੀ ਨਹੀਂ ਸਕਦੇ, ਬਹੁਤੇ ਨੂੰ ਪਤਾ ਵੀ ਹੈ ਨਹੀਂ ਜੀ। ਜੀ ਜੀ। ਮੇਰਾ ਉੱਥੇ ਜੀ ਥੋੜਾ ਜਿਹਾ ਵੇਟ ਵੱਧ ਗਿਆ ਕਿਉਂਕਿ ਲੇਡੀਜ਼ ਨੂੰ ਤਾਂ ਲਾਲਚ ਵੀ ਆਈਆਂ ਹੁਣ 36 ਸਾਲੀ ਬਾਅਦ ਕੱਪੜੇ ਖਰੀਦ ਲਈਏ ਥੋੜੇ ਜਿਹੇ, ਹੁਣ 2-4 ਬਾਅਦ। ਹਾਂਜੀ। ਉਹਦੇ ਨਾਲ ਮੈਂ 12 ਵਜੇ ਏਅਰਪੋਰਟ ਤੇ ਅਸੀਂ ਪਹੁੰਚ ਗਏ ਸੀ, ਮੈਂ ਤੇ ਮੇਰੀ ਵਾਈਫ ਜੀ। ਜੀ ਜੀ। ਤੇ 4 ਵਜੇ ਮਾਰਨਿੰਗ ਸਾਡੀ ਸਵੇਰੇ ਫਲਾਈਟ ਸੀ ਜੀ। ਉਹਨਾਂ ਨੇ ਸਾਨੂੰ ਪਹਿਲਾਂ ਤਾਂ ਏਅਰਪੋਰਟ ਤੇ ਜੀ ਉਹ ਇੰਨਾ ਪਰੇਸ਼ਾਨ ਕੀਤਾ ਨਾ, ਉਹ ਵੇਟ ਕਰਕੇ। ਅਸੀਂ ਕਿਹਾ ਵੀ ਤੁਸੀਂ ਇੱਕ ਟੈਚੀ ਦੇ ਪੈਸੇ ਲੈ ਲਓ, $150 ਬਣਦਾ ਤੁਹਾਡਾ, ਲੈ ਲਓ। ਜੀ ਜੀ। ਕਹਿੰਦੇ ਜੀ ਨਹੀਂ, ਕਿਲੋ ਦੇ ਹਿਸਾਬ ਨਾਲ ਲਿਆਉਣਾ ਤੇ 43,000 ਰੁਪਇਆ ਇੰਡੀਆ ਦਾ ਦਿਓ। ਓ ਅੱਛਾ ਜੀ। ਇੰਡੀਆ ਦਾ 43,000 ਰੁਪਇਆ ਜੀ। ਜੇ ਕਹਿੰਦੇ ਦੂਜੇ ਦੇਣੇ ਤਾਂ $500 ਦਿਓ ਜੀ। ਉਧਰ ਸਾਡੀ ਫਲਾਈਟ ਜਾ ਰਹੀ ਸੀ ਜੀ। ਤੇ ਕਹਿੰਦੇ ਹਾਂ ਦੱਸੋ, ਛੇਤੀ ਕਰੋ ਛੇਤੀ ਕਰੋ। ਉਹ ਕਾਹਲੀ ਫਿਰ ਸਾਨੂੰ ਉੱਥੇ ਦੇ ਲਓ $500 ਲਿਆ ਜੀ ਉਹਨਾਂ ਨੇ। ਓਹੋ ਅੱਛਾ। ਤੇ ਵੀਲ ਚੇਅਰਾਂ ਕੀਤੀਆਂ ਜੀ। ਮੈਨੂੰ 98 ਸਾਲ ਲੱਗਿਆ ਹੁਣ। ਵੀਲ ਚੇਅਰਾਂ ਕੀਤੀਆਂ ਜੀ। ਵੀਲ ਚੇਅਰ ਕਰਨ ਤੋਂ ਬਾਅਦ ਮੇਰੀ ਵਾਈਫ ਨੂੰ ਵੀਲ ਚੇਅਰ 'ਚ ਬਿਠਾ ਲਿਆ। ਹਾਂਜੀ। ਮੈਨੂੰ ਕਹਿੰਦੇ ਫੋਲੋ ਮੀ। ਉਹ ਵੀਲ ਚੇਅਰ ਵਾਲਾ ਨਾਲ ਮੈਨੂੰ ਏਦਾਂ ਵੀ ਉਹਨੂੰ ਫਲਾਈਟ ਪੂਰਾ ਟਾਈਮ ਹੋ ਗਿਆ ਸੀ, ਦੜਾ ਕੇ ਲਿਆ ਕਿ ਮੈਂ 68 ਸਾਲ ਦੀ ਉਮਰ ਦੇ ਵਿੱਚ ਹੋ ਕੇ ਦੇਖ ਲਓ, ਦੌੜ ਕੇ ਮੈਂ ਪਲੇਨ ਤੱਕ ਪਹੁੰਚਿਆ ਜੀ। ਅੱਛਾ, ਧੰਨਵਾਦ ਜੀ। ਇਹਦੇ ਬਾਰੇ ਨਾ ਪ੍ਰਵੀਨ ਜੀ ਆਪਾਂ ਜ਼ਰੂਰ ਸ਼ੋਅ ਕਰਾਂਗੇ ਵੀ ਕਿੱਦਾਂ ਦੀ ਸਿਚੁਏਸ਼ਨ ਰਹੀ। ਅੱਜ ਦਾ ਸਾਡਾ ਮੇਨ ਮਕਸਦ ਇਹੀ ਸੀ, ਖਬਰ ਦਾ ਨਾਲ ਰਿਲੇਟਡ ਸੀ, ਕਿਉਂਕਿ ਆਪਾਂ ਹੋਰ ਵੀ ਖਬਰਾਂ ਆਪਣੇ ਮੁਲਕ 'ਚ ਕੀ ਕੁਝ ਵਾਪਰਿਆ ਉਹ ਸਾਂਝੀਆਂ ਕਰਨੀਆਂ। ਇਹਦੇ ਬਾਰੇ ਫੇਰ ਆਪਾਂ ਭਾਈ ਸਾਹਿਬ ਜ਼ਰੂਰ ਗੱਲਬਾਤ ਕਰਾਂਗੇ ਜਦੋਂ ਹੋਰ ਪੈਸੰਜਰ ਵੀ ਆ ਗਏ ਜੀ, ਕਿਸੇ ਸ਼ੋਅ ਦੇ ਵਿੱਚ ਕਰਾਂਗੇ। ਠੀਕ ਹੈ ਜੀ ਜੀ ਜੀ, ਜ਼ਰੂਰ ਜ਼ਰੂਰ। ਆਪਾਂ ਜੀ